ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਕੱਤੇ ਤੋਂ ਭੈਣ ਅੰਮ੍ਰਿਤ ਕੌਰ ਜੀ ਸਬਰਵਾਲ ਉਹਨਾਂ ਨੇ ਵਿਸਾਖੀ ਦੇ ਸੰਬੰਧ ਵਿੱਚ ਦੋ ਛੋਟੇ-ਛੋਟੇ ਸਵਾਲ ਪੁੱਛੇ ਹੈ ਔਰ ਹੁਕਮ ਕੀਤਾ ਹੈ ਕਿ ਮੈਂ ਉਹਨਾਂ ਦੇ ਜਵਾਬ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਪੇਸ਼ ਕਰਾਂ ਤਾਂ ਕਿ ਜਿਹੜੇ ਨੌਜਵਾਨ ਹਨ ਜਾਂ ਜਿਹੜੇ ਜਿਗਿਆਸੂ ਜਾਂ ਬੱਚੇ ਉਹ ਉਸ ਚੀਜ਼ ਨੂੰ ਸਮਝ ਸਕਣ। ਆਪਣੀ ਤੁੱਛ ਬੁੱਧੀ ਅਨੁਸਾਰ ਮੈਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਸਮਝਾਣਾ ਤਾਂ ਦੂਰ ਦੀ ਗੱਲ ਹੈ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ। ਸੋ ਅਸੀਂ ਖੁਦ ਇਸ ਦੇ ਉੱਤੇ ਥੋੜੀ ਜਿਹੀ ਵਿਚਾਰ ਕਰੀਏ। ਸੋ ਸਵਾਲ ਬੜੇ ਛੋਟੇ ਹਨ ਕਿ ਅੰਮ੍ਰਿਤ ਦੀ ਲੋੜ ਕੀ ਹੈ, ਕੀ ਅੰਮ੍ਰਿਤ ਜ਼ਰੂਰੀ ਹੈ, ਔਰ ਦੂਸਰੀ ਗੱਲ ਹੈ ਕਿ ਜੇ ਅੰਮ੍ਰਿਤ ਨਹੀਂ ਛਕਿਆ ਫਿਰ ਕੀ ਦਿੱਕਤ ਹੈ। ਔਰ ਇਸ ਦੇ ਨਾਲ ਹੀ ਇੱਕ ਥੋੜਾ ਜਿਹਾ ਤਿੱਖਾ ਸਵਾਲ ਵੀ ਹੈ ਕਿ ਬੜੇ ਬੰਦੇ ਐਸੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਪਰ ਬਹੁਤ ਚੰਗੇ ਹਨ, ਔਰ ਕਈ ਐਸੇ ਵੀ ਹਨ ਹਵਾਲੇ ਮਿਲਦੇ ਹਨ ਜਿਹੜੇ ਆਮ ਦੇਖਣੇ ਚਾਹੁੰਦੇ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਕਕਾਰ ਪਾਏ ਹੈ, ਨਜ਼ਰ ਆਉਂਦੇ ਅੰਮ੍ਰਿਤਧਾਰੀ, ਪਰ ਉਹਨਾਂ ਦਾ ਕਿਰਦਾਰ ਬਹੁਤ ਮਾੜਾ ਹੈ। ਸੋ ਅਸੀਂ ਇਹਨਾਂ ਦੋਨਾਂ ਨੂੰ ਕਿਵੇਂ ਕੋਰਿਲੇਟ ਕਰ ਸਕਦੇ ਹਾਂ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਕੌਮ, ਕਿਸੇ ਵੀ ਸੰਸਥਾ, ਕਿਸੇ ਵੀ ਆਰਗੇਨਾਈਜੇਸ਼ਨ ਜਾਂ ਕਿਸੇ ਵੀ ਗਰੁੱਪ ਦੀ ਕੋਈ ਨਾ ਕੋਈ ਉਹਦੇ ਨਿਯਮ, ਉਹਦੇ ਕਨਸਟੀਟਿਊਸ਼ਨ, ਉਹਦਾ ਆਈਨ, ਉਹਦਾ ਸੰਵਿਧਾਨ ਹੁੰਦਾ ਹੈ। ਸਾਰੇ ਪੰਥ ਨੇ ਮਿਲ ਕੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਹੈ ਜਿਹੜੀ ਸਾਡੀ ਸਾਰਿਆਂ ਦੇ ਉੱਤੇ ਲਾਗੂ ਹੈ। ਉਸ ਦੇ ਵਿੱਚ ਸਿੱਖ ਦੀ ਪਰਿਭਾਸ਼ਾ, ਸਿੱਖ ਦੀ ਡੈਫੀਨੇਸ਼ਨ ਜੋ ਦਿੱਤੀ ਗਈ ਹੈ, ਪਹਿਲਾਂ ਤਾਂ ਅਸੀਂ ਉਸ ਨੂੰ ਹੀ ਦੇਖ ਲਈਏ। ਦੋ ਲਾਈਨਾਂ ਹਨ। ਸਿੱਖ ਕੌਣ ਹੈ? ਜੋ ਇਸਤਰੀ ਜਾਂ ਪੁਰਸ਼। ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਇਹਦੇ ਛੋਟੇ ਛੋਟੇ ਇਹਦੀਆਂ ਸ਼ਰਤਾਂ ਹਨ। ਜੋ ਇਸਤਰੀ ਜਾਂ ਪੁਰਸ਼, ਇੱਕ ਅਕਾਲ ਪੁਰਖ, 10 ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਹੁਣ ਸਪਸ਼ਟ ਹੋ ਗਿਆ ਕਿ ਸਿੱਖ ਬਣਨ ਲਈ ਜਿਹੜੀਆਂ ਸ਼ਰਤਾਂ ਹਨ, ਪਹਿਲੀ ਸ਼ਰਤ ਇਹ ਹੈ ਕਿ ਏਕ ਬਿਨਾ ਮਨ ਨੈਕ ਨ ਆਨੇ, ਇੱਕ ਅਕਾਲ ਪੁਰਖ ਤੋਂ ਛੱਡ ਕੇ ਕਿਸੇ ਹੋਰ ਨੂੰ ਨਾ ਮੰਨੇ, ਪਹਿਲੀ ਸ਼ਰਤ ਹੈ। ਦੂਜੀ ਹੈਗੀ ਹੈ 10 ਗੁਰੂ ਸਾਹਿਬਾਨ। ਹੁਣ 10 ਗੁਰੂ ਸਾਹਿਬਾਨ ਵੀ ਇਹਦੇ ਵਿੱਚ ਚਿੰਨਤ ਕਰ ਦਿੱਤੇ ਗਏ ਹਨ, ਡਿਫਾਈਨ ਕਰ ਦਿੱਤੇ ਹਨ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਹੁਣ ਕੋਈ 11ਵਾਂ 12ਵਾਂ 13ਵਾਂ, ਕੋਈ ਦੇਹਧਾਰੀ, ਕੋਈ ਪਖੰਡੀ, ਕੋਈ ਹੋਰ ਸਿੱਖ ਦਾ ਗੁਰੂ ਨਹੀਂ ਹੋ ਸਕਦਾ। ਭਾਵੇਂ ਹੋਰ ਜਿਹੜੇ ਮਰਜ਼ੀ ਆਪਣੇ ਆਪ ਨੂੰ ਰੱਬ ਵੀ ਕਹਾਈ ਜਾਣ, ਜੋ ਮਰਜ਼ੀ ਕਹੀ ਜਾਣ, ਸਿੱਖ ਲਈ ਗੁਰੂ ਇਹ 10 ਗੁਰੂ ਨਿਸ਼ਚਿਤ ਕਰ ਦਿੱਤੇ ਗਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਇਸ ਦੀ ਅਗਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ। ਕੇਵਲ ਗੁਰੂ ਗ੍ਰੰਥ ਸਾਹਿਬ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ। ਇਹ ਬਹੁਤ ਹੀ ਮਹੱਤਵਪੂਰਨ ਹੈ, ਜਿਹਦੇ ਵਿੱਚ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ, ਇਹ ਵੀ ਨਾਲ ਉਸਦੇ ਹੈ। ਔਰ ਨਾਲ ਅੱਗੇ ਹੈ ਜਿਹੜਾ ਅੰਮ੍ਰਿਤ ਉੱਤੇ, ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਇਹ ਵੀ ਬੜੀ ਲਾਜ਼ਮੀ ਹੈ। ਇੱਥੇ ਸਾਰੇ ਉਸ ਸਵਾਲ ਦਾ ਜਵਾਬ ਵਿੱਚ ਆ ਗਿਆ ਕਿ ਜੋ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ। ਕਿਸੇ ਧਰਮ ਇੱਕ ਅਪਣਾਇਆ ਜਾ ਸਕਦਾ ਹੈ, ਦੋ ਨਹੀਂ ਹੋ ਸਕਦੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਭਾਈ ਮੰਝ ਨੇ ਕਿਹਾ ਸੀ ਮੈਨੂੰ ਸਿੱਖੀ ਦੀ ਦਾਤ ਦਿਓ, ਉਹਨਾਂ ਨੇ ਪੁੱਛਿਆ ਸੀ ਤੂੰ ਕੌਣ ਹੈ? ਕਹਿੰਦਾ ਮੈਂ ਸਖੀ ਸਰਵਰੀਆਂ, ਮੈਂ ਕਿਸੇ ਹੋਰ ਨੂੰ ਪੂਜਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ, ਸਿੱਖ ਇੱਕ ਦਾ ਹੋਏਗਾ, ਦੋ ਦਾ ਨਹੀਂ ਹੋ ਸਕਦਾ। ਸੋ ਇਹ ਬੁਨਿਆਦ ਸੀ ਜਿਹਦੇ ਵਿੱਚ ਸਪਸ਼ਟ ਹੈ ਅੰਮ੍ਰਿਤ ਦੇ ਉੱਤੇ ਨਿਸ਼ਚਾ ਰੱਖਣਾ ਲਾਜ਼ਮੀ ਹੈਗਾ। ਹੁਣ ਥੋੜਾ ਜਿਹਾ ਇਸ ਦੀ ਵਿਆਖਿਆ ਸਮਝਣ ਦੀ ਕੋਸ਼ਿਸ਼ ਕਰੀਏ। ਸਿੱਖ ਦੀ ਜ਼ਿੰਦਗੀ ਦੇ ਦੋ ਪੱਖ ਹੈ, ਇੱਕ ਸ਼ਖਸੀ ਹੈ, ਇੱਕ ਪੰਥਕ ਹੈ। ਇਹ ਸਮਝਣ ਵਾਲੀ ਗੱਲ ਹੈ। ਅਗਰ ਕੋਈ ਕਹਿੰਦਾ ਮੈਂ ਧਾਰਮਿਕ ਤੌਰ ਤੇ ਬੜਾ ਪੱਕਾ ਜੀ, ਮੈਂ ਪਾਠ ਕਰਦਾ, ਮੈਂ ਸਾਰਾ ਕੁਝ ਕਰਦਾ, ਮੈਂ ਉੱਠਦਾ, ਮੈਂ ਚੰਗਾ ਜੀਵਨ ਬਤੀਤ ਕਰਦਾ, ਉਹ ਇੰਡੀਵਿਜੂਅਲ ਹੈ। ਪਰ ਸਿੱਖ ਦੀ ਜ਼ਿੰਦਗੀ ਦੇ ਦੋ ਪੱਖ ਹੈ,
ਇੱਕ ਉਹਦਾ ਸ਼ਖਸੀ ਨਿੱਜੀ ਔਰ ਇੰਡੀਵਿਜੂਅਲ ਹੈ, ਔਰ ਦੂਸਰਾ ਪੱਖ ਉਹਦਾ ਪੰਥਕ ਹੈ। ਸਿੱਖ ਨੇ ਪੰਥ ਦਾ ਹਿੱਸਾ ਹੋ ਕੇ ਵਿਚਰਨਾ ਹੈ। ਜੇ ਪੰਥ ਦਾ ਹਿੱਸਾ ਨਹੀਂ ਹੈ, ਉਹ ਸਿੱਖ ਨਹੀਂ ਹੈ। ਅੱਜ ਬੜੀ ਸਪਸ਼ਟ ਹੈ, ਗੁਰੂ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਦੇ ਦਾਤੇ ਹਨ, ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ ਹੈ। ਪਰ ਦੇਖੋ ਉਹ ਨਜ਼ਾਰਾ ਸੋਚੋ ਕੈਸਾ ਹੋਏਗਾ ਜਦੋਂ ਪੰਥ ਦਾ ਵਾਲੀ ਆਪਣੇ ਹੀ ਸਾਜੇ ਹੋਏ ਪੰਜ ਪਿਆਰਿਆਂ ਦੇ ਸਾਹਮਣੇ ਗੋਡਿਆਂ ਪਾਰ ਹੋ ਕੇ ਹੱਥ ਦੀਆਂ ਤਲੀਆਂ ਜੋੜ ਕੇ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗ ਰਿਹਾ। ਔਰ ਉਹ ਪੰਜ ਪਿਆਰੇ ਗੁਰੂ ਸਾਹਿਬ ਨੂੰ ਕੀ ਕਹਿ ਰਹੇ ਹੈ? ਉਹ ਲਫ਼ਜ਼ ਸਮਝੋ, ਉਹ ਲਫ਼ਜ਼ ਕਹਿ ਰਹੇ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨਹੀਂ ਕਹਿ ਰਹੇ ਤੁਸੀਂ ਵੀ ਬੋਲੋ ਜਾਂ ਤੁਹਾਨੂੰ ਮਾਫੀ ਹੈ। ਹੁਣ ਜੇਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੀ ਮਾਫੀ ਨਹੀਂ, ਇਹ ਉਹਨਾਂ ਨੇ ਪਿਰਤ ਪਾਈ ਹੈ ਤਾਂ ਕਿ ਕੱਲ ਨੂੰ ਇਹ ਨਾ ਕਵੇ ਜੀ ਮੇਰਾ ਮਨ ਸ਼ੁੱਧ ਹੈ, ਮੇਰਾ ਮਨ ਸਾਫ਼ ਹੈ, ਮੈਂ ਬੜੀ ਸੇਵਾ ਕਰਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵੱਧ ਉਹ ਰੱਬੀ ਰੂਪ, ਉਹ ਰੂਹਾਨੀ ਰੂਪ ਕਿਸ ਦਾ ਹੋ ਸਕਦਾ? ਉਹ ਕਾਰਜ ਕੌਣ ਕਰ ਸਕਦਾ? ਸੋ ਇਹ ਤਾਂ ਬੜੀ ਇੱਕ ਵਿਲੱਖਣ ਜੀ ਗੱਲ ਹੈ। ਔਰ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ, 1699 ਦੀ ਵਿਸਾਖੀ ਦੇ ਬਾਅਦ 1699 ਦੀ ਵਿਸਾਖੀ ਦੇ ਬਾਅਦ ਕਿਸੇ ਵੀ ਵਿਅਕਤੀ ਨੂੰ ਅਗਰ ਸਿੱਖ ਬਣਨਾ ਹੈ, ਉਸ ਨੂੰ ਪੰਜ ਪਿਆਰਿਆਂ ਨੇ ਉਹਨੂੰ ਸਿੱਖੀ ਦੀ ਦਾਤ ਦਿੱਤੀ ਹੈ। ਕਿਸੇ ਇੰਡੀਵਿਜੂਅਲ ਨੂੰ, ਕਿਸੇ ਜਥੇ ਨੂੰ, ਕਿਸੇ ਜਥੇਬੰਦੀ ਨੂੰ, ਕਿਸੇ ਵਿਅਕਤੀ ਨੂੰ ਅਧਿਕਾਰ ਨਹੀਂ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਉਸ ਤੋਂ ਬਾਅਦ ਕਿਸੇ ਨੂੰ ਖੁਦ ਅੰਮ੍ਰਿਤ ਨਹੀਂ ਛਕਾਇਆ, ਉਹਨਾਂ ਦੀ ਦੇਖ ਰੇਖ ਵਿੱਚ ਪੰਜ ਪਿਆਰਿਆਂ ਨੇ ਛਕਾਇਆ ਹੈ। ਹੁਣ ਇਹ ਜਿਹੜਾ ਪੰਥ ਦਾ ਹਿੱਸਾ ਬਣਨਾ ਹੈ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਸਿੱਖ ਰਹਿਤ ਮਰਿਆਦਾ ਦੇ ਵਿੱਚ ਇੱਕ ਸ਼ਖਸੀ ਜ਼ਿੰਦਗੀ ਦਾ ਪੱਖ ਹੈ, ਜਿਹਦੇ 'ਚ ਉਹਨੇ ਨਿਤਨੇਮ ਕਦੋਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਕਿਹੜਾ ਪਾਠ ਕਰਨਾ ਹੈ, ਕਿਹੜੇ ਗੁਰਦੁਆਰੇ ਜਾਣਾ ਹੈ, ਕਦੋਂ ਜਾਣਾ ਹੈ, ਉਹ ਸਾਰਾ ਹੈ। ਫਿਰ ਉਹਦੇ ਬਾਅਦ ਦੂਜਾ ਜਿਹੜਾ ਉਹਦਾ ਪੰਥਕ ਹੈਗਾ, ਉਹਦੇ ਵਿੱਚ ਹੈ ਕਿ ਸਿੱਖ ਨੇ ਪੰਥ ਦਾ ਹਿੱਸਾ ਬਣਨਾ ਹੈ, ਗੁਰੂ ਪੰਥ ਦਾ ਹਿੱਸਾ ਬਣਨਾ ਹੈ। ਉਹ ਗੁਰੂ ਪੰਥ ਦਾ ਹਿੱਸਾ ਬਣਨ ਲਈ ਉਸ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪੈਣੀ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਤੁਸੀਂ ਧਿਆਨ ਦੇਣਾ, 3 ਲਫ਼ਜ਼ ਸੀ, ਇੱਕ ਸੰਗਤ ਹੈ, ਇੱਕ ਗੁਰ ਸੰਗਤ ਹੈ ਔਰ ਇੱਕ ਗੁਰੂ ਪੰਥ ਹੈ। ਸੰਗਤ ਤਾਂ ਹੋ ਗਏ ਆਮ, ਜਿਹੜੇ ਵੀ ਹੋਣਗੇ ਉਹ ਸਾਰੇ ਉਹਦੇ ਸੰਗਤ ਵਿੱਚ ਆ ਜਾਂਦੇ ਆ। ਗੁਰ ਸੰਗਤ ਲਿਖਿਆ ਸੀ, ਗੁਰ ਸੰਗਤ ਉਹ ਹੈ ਜਿਹਦੇ ਵਿੱਚ ਘੱਟੋ ਘੱਟ 5 ਤਿਆਰ ਬਰ ਤਿਆਰ ਸਿੰਘ ਹੋਣਗੇ, ਉਸ ਨੂੰ ਗੁਰ ਸੰਗਤ ਕਿਹਾ ਗਿਆ। ਔਰ ਪੰਥ ਦੀ ਪਰਿਭਾਸ਼ਾ ਦਿੱਤੀ ਗਈ, ਇਹ ਸਿੱਖ ਪੰਥ ਕੀ ਹੈ, ਜਿਸ ਦੀ ਆਰੰਭਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ। 10 ਗੁਰੂ ਸਾਹਿਬਾਨ ਤੋਂ ਹੁੰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਇਸ ਨੂੰ ਗੁਰੂ ਪੰਥ ਦਾ ਰੁਤਬਾ ਦਿੱਤਾ। ਇਹ ਗੁਰੂ ਹੋ ਗਿਆ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੋਇਮ ਨੇ ਵੀ ਕਿਹਾ, ਗੁਰ ਸੰਗਤ ਕੀਨੀ ਖਾਲਸਾ। ਸੰਗਤ ਨੂੰ ਖਾਲਸੇ ਵਿੱਚ ਤਬਦੀਲ ਕਰ ਦਿੱਤਾ ਗਿਆ। ਖਾਲਸਾ ਕੀ ਹੁੰਦਾ ਹੈ? ਪੁਰਾਣਾ ਜਿਹੜਾ ਰਿਕਾਰਡ ਹੁੰਦਾ ਸੀ, ਜ਼ਮੀਨੀ ਰਿਕਾਰਡ, ਉਹਦੇ ਵਿੱਚ ਇੱਕ ਤਾਂ ਆਮ ਜ਼ਮੀਨ ਹੁੰਦੀ ਹੈ ਔਰ ਇੱਕ ਖਾਲਸਾ ਲੈਂਡ ਹੁੰਦੀ ਹੈ। ਅੱਜ ਵੀ ਤੁਸੀਂ ਅਗਰ ਲੁਗਤ, ਜਿਹਨੂੰ ਡਿਕਸ਼ਨਰੀ ਕਹਿੰਦੇ ਹੈ, ਕਾਨੂੰਨ ਦੀ ਡਿਕਸ਼ਨਰੀ, ਭਾਵੇਂ ਤੁਸੀਂ ਆਕਸਫੋਰਡ ਦੀ ਦੇਖ ਲਓ, ਜਿਹੜੀ ਮਰਜ਼ੀ ਦੇਖ ਲਓ, ਉਹਦੇ ਵਿੱਚ ਖਾਲਸਾ ਦਾ ਮਤਲਬ ਦੇਖਣਾ, ਖਾਲਸਾ ਉਹ ਜ਼ਮੀਨ ਹੈ ਜਿਹੜੀ ਜ਼ਮੀਨ ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਹੈ, ਜਿਸ ਦੇ ਉੱਤੇ ਕੋਈ ਮਾਲੀਆ ਨਹੀਂ, ਕੋਈ ਟੈਕਸ ਨਹੀਂ ਹੁੰਦਾ, ਉਹਦੇ ਤੇ ਕੋਈ ਅਫਸਰ ਮੁਕਰਰ ਨਹੀਂ ਹੁੰਦਾ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ। ਮੇਰਾ ਨਹੀਂ, ਗੁਰੂ ਨਾਨਕ ਦੇਵ ਜੀ ਦਾ ਨਹੀਂ, ਉਹ ਵਾਹਿਗੁਰੂ ਜੀ ਕਾ ਖਾਲਸਾ ਬਣਾਇਆ ਹੈ। ਸਿੱਧਾ ਉਸ ਦਾ ਸੰਬੰਧ ਅਕਾਲ ਪੁਰਖ ਨਾਲ ਜੋੜਿਆ ਹੈ। ਔਰ ਗੁਰੂ ਸਾਹਿਬ ਨੇ ਕਿਹਾ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ, ਤੁਸੀਂ ਮੈਨੂੰ ਵੀ ਖਾਲਸਾ ਬਣਾਓ। ਇਹ ਜਿਹੜਾ ਅਗਰ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਮੁਹੰਮਦਨ, ਈਸਾ ਮਸੀਹ ਨੂੰ ਮੰਨਣ ਵਾਲੇ ਈਸਾਈ, ਮਹਾਤਮਾ ਬੁੱਧ ਨੂੰ ਮੰਨਣ ਵਾਲੇ ਬੋਧੀ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਣ ਵਾਲੇ ਨਾਨਕੀਏ ਜਾਂ ਗੋਬਿੰਦੀਏ ਨਹੀਂ ਹਨ, ਉਹ ਵਾਹਿਗੁਰੂ ਜੀ ਕਾ ਖਾਲਸਾ ਹੈ। ਇਹ ਰੁਤਬਾ ਫਿਰ ਇਸ ਲਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ
ਉਸ ਦੇ ਤੁਰੰਤ ਬਾਅਦ ਜਿਹੜਾ ਹੁਕਮਨਾਮਾ ਦਿੱਤਾ ਕਾਬਲ ਦੀ ਸੰਗਤ ਦੇ ਨਾਂ ਦੇ ਉੱਤੇ, ਉਸ ਹੁਕਮਨਾਮੇ ਦੇ ਲਫ਼ਜ਼ ਹਨ, ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ। ਕਿਤਨਾ ਸਾਫ਼ ਹੁਕਮ ਹੈ। ਹੁਣ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਜਾਂ ਉਸ ਤੋਂ ਪਹਿਲੇ ਉਹ ਬੇਨਤੀ ਕਰਦੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਬੇਨਤੀ ਹੈ, ਕਰੋ ਬੇਨਤੀ ਸੁਣ ਮੇਰੇ ਮੀਤਾ। ਗੁਰੂ ਅਰਜਨ ਦੇਵ ਜੀ ਸਿੱਖ ਨੂੰ ਬੇਨਤੀ ਕਰ ਰਹੇ ਹਨ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਗੁਰੂ ਬੇਨਤੀ ਕਰ ਰਹੇ ਆ ਸਿੱਖ ਨੂੰ। ਪਰ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਨੂੰ ਅਧਿਕਾਰ ਵੀ ਦੇ ਰਹੇ ਹਨ ਔਰ ਹੁਕਮ ਕਰ ਰਹੇ ਹਨ, ਇਹ ਹੈ ਮੋਰ ਆਗਿਆ ਸੁਨੋ ਤੁਮ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਇਹ ਗੁਰੂ ਸਾਹਿਬ ਦਾ ਹੁਕਮ ਹੈ, ਇਹ ਬੇਨਤੀ ਨਹੀਂ ਹੈ। ਔਰ ਇੱਕ ਗੱਲ ਹੋਰ ਮੈਂ ਕਹਿ ਦਿਆਂ, ਡਿਕਸ਼ਨਰੀ ਦੇ ਵਿੱਚ ਫਾਲੋਅਰ ਦਾ ਮਤਲਬ ਜਿਹੜਾ ਫਾਲੋ ਕਰੇ। ਹੁਣ ਜਿਹੜਾ ਹੁਕਮ ਨੂੰ ਫਾਲੋ ਨਹੀਂ ਕਰਦਾ ਉਹ ਆਪਣੇ ਆਪ ਨੂੰ ਫਾਲੋ ਰਖਵਾ ਸਕਦਾ। ਹਾਂ, ਇੱਕ ਸ਼ਰਤ ਹੈ, ਜੇ ਉਹ ਉਹਨਾਂ ਨੂੰ ਕਹੋ ਕਿ ਫਾਲੋਅਰ ਦੀ ਪਰਿਭਾਸ਼ਾ, ਫਾਲੋਅਰ ਦੀ ਡੈਫੀਨੇਸ਼ਨ ਚੇਂਜ ਕਰ ਦੇਣ, ਜਿਹੜਾ ਹੁਕਮ ਨਹੀਂ ਮੰਨੇਗਾ ਉਹਨੂੰ ਵੀ ਅਸੀਂ ਫਾਲੋਅਰ ਕਹਿ ਲਾਂਗੇ, ਕੋਈ ਗੱਲ ਨਹੀਂ। ਮੈਂ ਸਿਰਫ ਇੱਕ ਹਵਾਲਾ ਦੇਣਾ ਚਾਹਾਂਗਾ। ਅੰਮ੍ਰਿਤਸਰ ਸਾਹਿਬ ਇੱਕ ਅੰਗਰੇਜ਼ ਬੁੱਕ ਆਇਆ, ਉਹ ਜਦੋਂ ਆਇਆ ਉਸਨੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ, ਦੇਖਿਆ, ਉਹਦੇ ਬਾਅਦ ਖੜਾ ਹੋ ਗਿਆ। ਉਹ ਕਹਿਣ ਲੱਗਾ ਇਹ ਕਿਹੜੀ ਇਮਾਰਤ ਹੈ? ਉਹ ਕਹਿਣ ਲੱਗੇ ਜੀ ਇਹ ਤਾਂ ਅਕਾਲ ਤਖਤ ਹੈ, ਬੁੰਗਾ ਹੈ, ਅਕਾਲ ਬੁੰਗਾ। ਉਹ ਕਹਿੰਦਾ ਇਹ ਕੀ ਹੈ? ਔਰ ਉਸ ਦੇ ਬਾਅਦ ਉਹਨੇ ਇੱਕ ਲਾਈਨ ਵਿੱਚ ਉਹ ਦਿੱਤਾ ਹੈ ਉਹਦੀ ਪਰਿਭਾਸ਼ਾ, ਕਹਿੰਦਾ ਹੈ ਇਹ ਇੱਕ ਫੈਕਟਰੀ ਹੈ ਜਿੱਥੇ ਖਾਲਸਾ ਤਿਆਰ ਕੀਤਾ ਜਾਂਦਾ। ਇਹ ਫੈਕਟਰੀ ਹੈ, ਹਰਮੰਦਰ ਸਾਹਿਬ ਵਿੱਚ ਨਹੀਂ ਕੀਤਾ ਜਾਂਦਾ, ਅਕਾਲ ਤਖਤ ਸਾਹਿਬ ਦੇ ਉੱਤੇ ਕੀਤਾ ਜਾਂਦਾ ਹੈ। ਮਰਿਆਦਾ ਦਾ ਲਫ਼ਜ਼ ਹੀ ਮਰਿਆ ਤੋਂ ਬਣਿਆ ਹੈ। ਮਰਿਆ ਨਦੀ ਦੇ ਦੋ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ। ਜਿੰਨੀ ਦੇਰ ਤੱਕ ਪਾਣੀ, ਨਦੀ ਆਪਣੇ ਕਿਨਾਰਿਆਂ ਦੇ ਅੰਦਰ ਵਗ ਰਹੀ ਹੈ ਉਹ ਮਰਿਆ ਹੈ, ਉਸ ਨੂੰ ਨਦੀ ਹੈ, ਉਹ ਮਰਿਆ ਦੇ ਅੰਦਰ ਹੈ, ਉਹ ਨਦੀ ਹੈ। ਜਦੋਂ ਉਹ ਆਪਣੇ ਕਿਨਾਰੇ ਟੱਪ ਦੇਵੇਗੀ, ਟੱਪ ਜਾਏਗੀ, ਉਲੰਘ ਦੇਵੇਗੀ, ਉਹਦੇ ਬਾਅਦ ਉਹ ਹੜ੍ਹ ਹੈ, ਫਲੱਡ ਹੈ, ਬਰਬਾਦੀ ਹੈ। ਸਿੱਖ ਨੂੰ ਵੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ, ਇਹ ਦੋ ਪੈਰਾਮੀਟਰ, ਇਹ ਦੋ ਕਿਨਾਰੇ, ਇਹ ਦੋ ਮਰਿਆ ਦੇ ਵਿਚਕਾਰ ਉਹਨਾਂ ਨੇ ਇਸ ਨੂੰ ਰੱਖਿਆ। ਔਰ ਇਸ ਦੇ ਵਿੱਚ ਇੱਕ ਬੜੀ ਸਾਫ਼ ਗੱਲ ਮੈਂ ਕਹਿਣੀ ਚਾਹਾਂਗਾ, ਉਸ ਨੂੰ ਧਿਆਨ ਦੇਣ ਦੀ ਗੱਲ ਹੈ। ਦੇਖੋ ਇਹਦੀ ਲੋੜ ਕੀ ਹੈ। ਵੱਡੇ ਘੱਲੂਘਾਰੇ ਦੇ ਬਾਅਦ ਕੁਪਰਹੀੜੇ ਸੰਗਰੂਰ ਦੇ ਕੋਲ 30,000 ਤੋਂ ਵੱਧ ਸਿੱਖ ਜਦੋਂ ਸ਼ਹੀਦ ਹੋ ਜਾਂਦਾ ਹੈ, ਬੱਚੇ, ਔਰਤਾਂ, ਸਾਰੇ ਬਿਰਧ, ਇੱਕ ਦਿਨ ਦੇ ਵਿੱਚ 30,000 ਸਿੱਖ ਸ਼ਹੀਦ ਹੋ ਜਾਂਦਾ ਹੈ। ਲੱਗਿਆ ਕਿ ਇਹ ਗੁਰੂ ਨਾਨਕ ਸਾਹਿਬ ਦਾ ਬਣਾਈ ਹੋਈ ਇਹ ਫੁਲਵਾੜੀ ਖਤਮ ਹੋ ਜਾਏਗੀ। ਬਹੁਤ ਥੋੜੀ ਜੀ ਗਿਣਤੀ ਦੇ ਬੰਦੇ ਰਹਿ ਗਏ। ਉਸ ਵੇਲੇ ਸਿੱਖਾਂ ਨੇ ਅਰਦਾਸ ਕੀਤੀ। ਉਹ ਸਾਡੇ ਇਤਿਹਾਸ ਦਾ ਸੁਨਹਿਰੀ ਬਾਬ ਹੈ, ਸੁਨਹਿਰੀ ਇਤਿਹਾਸ ਹੈ। ਉਸ ਵੇਲੇ ਸਿੱਖਾਂ ਨੇ ਕੀ ਕੀਤਾ? ਇਕੱਠੇ ਹੋਏ, ਅਰਦਾਸ ਕੀਤੀ, हे ਸੱਚੇ ਪਾਤਸ਼ਾਹ, ਸਾਨੂੰ ਤਸੱਲੀ ਹੈ ਕਿ ਖੋਟ ਸਾਰਾ ਨਿਕਲ ਗਿਆ, ਜੋ ਬਚੇ ਆ ਇਹ ਤਤ ਖਾਲਸਾ ਹੈ, ਇਹਦੇ 'ਚ ਕੋਈ ਵੀ ਖੋਟ ਨਹੀਂ ਰਹਿ ਗਈ। ਸਾਨੂੰ ਸ਼ਹੀਦੀ ਦੇਣ ਤੋਂ ਕੋਈ ਨਹੀਂ ਡਰ ਹੈ। ਪਰ ਇੱਕ ਗੱਲ ਯਾਦ ਰੱਖ, ਜੇਕਰ ਸਿੱਖ ਖਤਮ ਹੋ ਗਏ, ਜੇ ਪੰਥ ਖਤਮ ਹੋ ਗਿਆ, ਜੇ ਅਸੀਂ ਖਤਮ ਹੋ ਗਏ, हे ਗੁਰੂ ਗ੍ਰੰਥ ਸਾਹਿਬ, ਤੈਨੂੰ ਕੌਣ ਸੰਭਾਲੇਗਾ? ਤੇਰੀ ਕੌਣ ਰਾਖੀ ਕਰੇਗਾ? ਤੇਰੀ ਕੌਣ ਸੁਣੇਗਾ? ਜਦੋਂ ਸਿੱਖ ਦੇ ਮਨ ਵਿੱਚ ਇਹ ਅਰਦਾਸ ਆ ਜਾਏ, ਉਸ ਵੇਲੇ ਸਿੱਖ ਅਰਦਾਸ ਕਰਕੇ ਕਹਿ ਰਹੇ ਹਨ, ਪੰਥ ਕੀ ਰੱਖੇ ਤੋ ਗ੍ਰੰਥ ਕੀ ਰਹੇਗੀ ਨਾਥ। ਰਾਖੋ ਜੋ ਨਾ ਪੰਥ ਕੀ तो ग्रंथ कौन मानेगा। कितना ਤਿੱਖਾ ਸਵਾਲ ਹੈ। ਇਹਦਾ ਮਤਲਬ ਗੁਰੂ ਦੀ ਹੋਂਦ ਵੀ ਉਹ ਸਿੱਖਾਂ ਤੇ, ਪੰਥ ਦੇ ਉੱਤੇ ਹੈ। ਪੰਥ ਦੀ ਹੋਂਦ, ਸਿੱਖ ਜੀਵੇ ਗੁਰੂ ਗ੍ਰੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਸੋ ਇਹ ਇੱਕ ਦੂਜੇ ਦੇ ਪੂਰਕ ਹਨ। ਇਸ ਤੋਂ ਕਿਸੇ ਨੂੰ ਵੀ ਕੋਈ ਛੋਟ ਨਹੀਂ। ਅਗਲਾ ਸਵਾਲ ਜੋ ਹੈ ਉਹ ਬਹੁਤ ਹੀ ਸਪਸ਼ਟ ਹੈ। ਉਹਨਾਂ ਨੇ ਕੀਤਾ ਕਿ ਇੱਕ ਗੱਲ ਦੱਸੋ ਕਿ ਜਿਹੜੇ ਬੰਦੇ ਭੇਖੀ ਹਨ, ਅੰਮ੍ਰਿਤ ਨਹੀਂ ਵੀ ਛਕਿਆ, ਉਹਨਾਂ ਨੂੰ ਉਹ ਅੰਮ੍ਰਿਤ ਨਹੀਂ ਛਕਿਆ, ਬੜੇ ਚੰਗੇ ਬੰਦੇ ਆ, ਔਰ ਕਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਚੰਗੇ ਨਹੀਂ ਹਨ। ਹੁਣ ਜਿਹੜੇ ਅੰਮ੍ਰਿਤ ਨਹੀਂ ਛਕਿਆ ਉਹਦੀ ਅਸੀਂ ਵਿਆਖਿਆ ਕਰ ਚੁੱਕੇ ਹਾਂ।
ਪੰਥ ਦਾ ਹਿੱਸਾ ਬਣਨ ਲਈ, ਗੁਰੂ ਦਾ ਸਿੱਖ ਅਖਵਾਉਣ ਲਈ ਉਹ ਅੰਮ੍ਰਿਤ ਦੀ ਦਾਤ ਲਾਜ਼ਮੀ ਹੈ। ਮਗਰ ਦੂਜੇ ਪਾਸੇ ਜਿਹੜਾ ਸਵਾਲ ਦੂਸਰਾ ਸੀ ਕਿ ਬੜੇ ਬੰਦੇ ਐਸੇ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਰ ਉਹਨਾਂ ਦਾ ਜੀਵਨ ਨਹੀਂ ਹੈ। ਇਹਦੇ ਤੇ ਇੱਕ ਬਹੁਤ ਹੀ ਸਿੱਧੀ ਜੀ ਗੱਲ ਹੈ ਕਿ ਜੇ ਸਾਨੂੰ ਪਤਾ ਹੈ ਇਹ ਬੰਦਾ ਬੇਈਮਾਨ ਹੈ, ਇਹ ਬੰਦਾ ਭੇਖੀ ਹੈ, ਸਾਰੇ ਸੰਸਾਰ ਨੂੰ ਪਤਾ ਹੈ, ਸਮਾਜ ਨੂੰ ਪਤਾ ਹੈ ਇਹ ਬੰਦਾ ਬੇਈਮਾਨ ਹੈ, ਫਿਰ ਅਸੀਂ ਉਸ ਦੇ ਹਵਾਲੇ ਕਿਉਂ ਦਿੰਦੇ? ਇਹਦਾ ਮਤਲਬ ਅਸੀਂ ਖੁਦ ਉਸ ਰਸਤੇ ਤੇ ਨਹੀਂ ਚੱਲਣਾ ਚਾਹੁੰਦੇ, ਸਾਡੇ ਮਨ ਦੇ ਅੰਦਰ ਖੋਟ ਹੈ। ਅਸੀਂ ਹਵਾਲੇ ਉਹਨਾਂ ਬੇਈਮਾਨ ਬੰਦਿਆਂ ਦੇ ਕਿਉਂ ਦਈਏ? ਅਸੀਂ ਹਵਾਲੇ ਕਿਉਂ ਨਹੀਂ ਦਿੰਦੇ ਚਾਰ ਸਾਹਿਬਜ਼ਾਦਿਆਂ ਦੇ, ਪੰਜ ਪਿਆਰਿਆਂ ਦੇ, ਭਾਈ ਤਾਰੂ ਸਿੰਘ ਜੀ ਦੇ, ਬਾਬਾ ਦੀਪ ਸਿੰਘ ਜੀ ਦੇ, ਅਕਾਲੀ ਫੂਲਾ ਸਿੰਘ ਜੀ ਦੇ, ਹਰੀ ਸਿੰਘ ਨਲਵਾ ਦੇ, ਭਾਈ ਤਾਰੂ ਸਿੰਘ ਦੇ, ਭਾਈ ਵੀਰ ਸਿੰਘ ਦੇ, ਪ੍ਰੋਫੈਸਰ ਪੂਰਨ ਸਿੰਘ ਦੇ, ਕਰਮ ਸਿੰਘ ਪ੍ਰਤਾਪ ਸਿੰਘ ਦੇ ਤੇ ਹੋਰ ਜਿਹੜੇ ਮਹਾਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਹੜੀ ਸਿੱਖੀ ਦੇ ਚਾਨਣ ਮੁਨਾਰੇ ਰਹੇ ਹਨ, ਉਹਨਾਂ ਦਾ ਅਸੀਂ ਹਵਾਲਾ ਕਿਉਂ ਨਹੀਂ ਦਿੰਦੇ? ਅਸੀਂ ਹਵਾਲਾ ਦਿੰਦੇ ਹਾਂ ਗਲਤ ਬੰਦਿਆਂ ਦਾ, ਭੇਖੀਆਂ ਦਾ, ਜਿਨ੍ਹਾਂ ਬਾਰੇ ਪਤਾ ਹੈ। ਅਖੀਰ ਦੇ ਵਿੱਚ ਮੈਂ ਇੱਕ ਗੱਲ ਇਸ ਦੇ ਬਾਰੇ ਹੀ ਕਹਿਣੀ ਚਾਹਾਂਗਾ। ਭਾਈ ਦੇਸਾ ਸਿੰਘ ਜੀ ਗੁਰੂ ਸਾਹਿਬ ਦੇ ਸੇਵਾ 'ਚ ਸਨ। ਉਹਨਾਂ ਨੇ ਰਹਿਤਨਾਮਾ ਲਿਖਿਆ, ਗੁਰੂ ਸਾਹਿਬ ਨੇ ਲਿਖਵਾਇਆ। ਉਸ ਹੁਕਮਨਾਮੇ, ਉਸ ਰਹਿਤਨਾਮੇ ਦੇ ਵਿੱਚ ਬਹੁਤ ਸੋਹਣਾ ਹਵਾਲਾ ਹੈ ਜਿਹੜਾ ਇਸ ਸਵਾਲ ਦਾ ਜਵਾਬ ਦਿੰਦਾ ਹੈ। ਉਹ ਕਹਿੰਦੇ ਹਨ, ਇੱਕ ਖੋਤਾ ਲੈ ਲਓ, ਉਸ ਖੋਤੇ ਨੂੰ ਨਵਾਓ ਧਵਾਓ, ਉਸ ਦੇ ਸਿਰ ਦੇ ਉੱਤੇ ਫੁੱਲਾਂ ਦੀ ਮਾਲਾ ਰੱਖ ਦਿਓ। ਉਸ ਨਾਲ ਉਸ ਖੋਤੇ ਦੀ ਇੱਜ਼ਤ ਨਹੀਂ ਵੱਧ ਜਾਏਗੀ, ਬਲਕਿ ਉਹ ਹੋਰ ਹਾਸੀ ਦਾ ਕਾਰਨ ਬਣੇਗਾ। ਭਾਈ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜੇਕਰ ਕੋਈ ਕੁਰੈਤੀਆ ਹੈ, ਜੇਕਰ ਕੋਈ ਭੇਖੀ ਹੈ, ਉਹਦੇ ਸਿਰ ਦੇ ਉੱਤੇ ਉਹ ਜਿਹੜਾ ਉਸ ਦੇ ਉੱਤੇ ਅਗਰ ਉਹਨੇ ਕਕਾਰ ਵੀ ਪਾਏ ਹਨ, ਉਸਨੇ ਸਰੂਪ ਵੀ ਸਿੱਖੀ ਦਾ ਰੱਖਿਆ, ਉਹ ਬਿਲਕੁਲ ਉਸ ਖੋਤੇ ਦੀ ਤਰ੍ਹਾਂ ਹੈ ਜਿਸ ਦੇ ਉੱਤੇ ਫੁੱਲਾਂ ਦੀ ਮਾਲਾ ਹੈ। ਬਹੁਤ ਸੁੰਦਰ ਲਫ਼ਜ਼ ਗੁਰੂ ਸਾਹਿਬ ਦਾ ਹੁਕਮ ਅੰਕਿਤ ਕਰਦੇ ਹਨ, ਜਿਉ ਕਾਹੂਲੇ ਗਧਾ ਨਵਾਇਓ, ਫੂਲ ਮਾਲ ਤੈ ਮੂੰਡ ਧਰਾਇਓ, ਤੇ ਕਰ ਤਾਕੀ ਸੋਭਾ ਨਾਹੀ, ਹਾਸੀ ਹੋ ਸਬਸ ਜਗ ਮਾਹੀ। ਉਹ ਕਹਿੰਦੇ ਤਿਮ ਕੁਰੈਤੀਏ ਕੇਸ ਰਖਾਏ, ਬਿਲਕੁਲ ਉਸੇ ਤਰ੍ਹਾਂ ਹੈ, ਕੁਰੈਤੀਏ ਨੇ ਕੇਸ ਰੱਖੇ ਹੈ। ਤਿਮ ਕੁਰੈਤੀਏ ਕੇਸ ਰਖਾਏ, ਕਹੋ ਸੋ ਕੈਸੇ ਸੋਭਾ ਪਾਏ। ਅਗਲੀ ਲਾਈਨ ਕਹਿੰਦੇ ਹੈ, ਰਹਿਤ ਸੋ ਕੇਸਨ ਕੋ ਅਤ ਭੁਖਨ, ਕੇਸਾਂ ਦਾ ਸ਼ਿੰਗਾਰ ਕੋ ਡਾਈ ਰੰਗ ਵਸਮਾ ਨਹੀਂ ਹੈ। ਰਹਿਤ ਹੈ, ਰਹਿਤ ਸੋ ਕੇਸਨ ਕੋ ਅਤ ਭੁਖਨ, ਜੇ ਰਹਿਤ ਨਹੀਂ ਹੋਏਗੀ ਨਾ ਫਿਰ ਉਹ ਕਹੇਗਾ ਰਹਿਤ ਬਿਨਾ ਸਿਰ ਕੇਸ ਵੀ ਦੁਖਣ। ਉਹ ਕਹੇਗਾ ਸਿਰ ਦੁਖਦਾ ਹੈ, ਕੇਸ ਭਾਰੇ ਲੱਗਦੇ ਹੈ, ਕੇਸ ਵੀ ਭਾਰੇ ਲੱਗਣਗੇ, ਰਹਿਤ ਬਿਨਾ ਸਿਰ ਕੇਸ ਵੀ ਦੁਖਣ। ਅਗਲੀ ਲਾਈਨ ਕਹਿੰਦੇ ਹੈ, ਰਹਿਣੀ ਰਹੇ, ਗੁਰੂ ਸਾਹਿਬ ਦਾ ਹੁਕਮ ਹੈ, ਸੋਈ ਸਿੱਖ ਮੇਰਾ, ਉਹ ਠਾਕੁਰ ਮੈਂ ਉਸਕਾ ਚੇਰਾ। ਅੱਗੇ ਇਸ ਨੂੰ ਸਮਅਪ ਕਰਦੇ ਹੈ ਗੁਰੂ ਸਾਹਿਬ ਦੇ ਉਸ ਹੁਕਮ ਦੇ ਨਾਲ ਕਿ ਵੇਦ ਰਹਿਤ ਜਿਮ ਦਿਜ ਨਾ ਸੁਹਾਵਤ। ਜਿਵੇਂ ਕੋਈ ਬ੍ਰਾਹਮਣ ਨੂੰ ਅਗਰ ਵੇਦਾਂ ਦਾ ਗਿਆਨ ਨਹੀਂ ਹੈ, ਉਹ ਨਹੀਂ ਚੰਗਾ ਲੱਗਦਾ, ਉਹ ਤਾਂ ਪਖੰਡੀ ਹੈ, ਕੁਛ ਨਹੀਂ ਹੈ। ਵੇਦ ਰਹਿਤ ਜਿਮ ਦਿਜ ਨਾ ਸੁਹਾਵਤ, ਸੀਲ ਰਹਿਤ ਕੁਲ ਨਾਰ ਨਾ ਭਾਵਤ। ਜੇ ਇਖਲਾਕ ਨਹੀਂ ਹੈ, ਆਚਰਣ ਨਹੀਂ ਹੈ, ਉਸ ਨਾਰ ਦਾ ਕੀ ਹੈ? ਅੱਗੇ ਲਾਈਨ ਹੈ, ਬੇਗ ਰਹਿਤ ਜਿਮ ਬਾਜ਼ੀ ਹੀਨ। ਬਾਜ਼ੀ ਘੋੜੇ ਨੂੰ ਕਿਹਾ ਜਾਂਦਾ, ਜੇ ਸਪੀਡ ਦੇ ਬਿਨਾ ਘੋੜਾ ਬੇਕਾਰ ਹੈ। ਬਹੁਤ ਸ਼ਾਨਦਾਰ ਅਖੀਰ ਕਨਕਲੂਡ ਕਰਦੇ ਹਨ, ਰਹਿਤ ਬਿਨਾ ਇਹ ਕੇਸ ਮਲੀਨ, ਰਹਿਤ ਦੇ ਬਿਨਾ ਇਹ ਕੇਸ ਮਲੀਨ ਹਨ, ਇਹ ਕੇਸ ਗੰਦੇ ਹਨ, ਇਹਨਾਂ ਕੇਸਾਂ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਨੇ ਕੇਸਾਂ ਨੂੰ ਆਪਣੀ ਮੋਹਰ ਕਿਹਾ, ਪਰ ਇਹ ਵੀ ਕਹਿ ਦਿੱਤਾ ਰਹਿਤ ਬਿਨਾ ਇਹ ਕੇਸ ਮਲੀਨ। ਮੇਰਾ ਖਿਆਲ ਹੈ ਮੈਂ ਥੋੜੇ ਜਿਹੇ ਲਫ਼ਜ਼ਾਂ ਵਿੱਚ ਇਹ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਬਲਕਿ ਮੈਂ ਆਪਣੇ ਆਪ ਨੂੰ ਦੱਸ ਰਿਹਾ। ਔਰ ਜੇਕਰ ਇਹਦੇ ਵਿੱਚ ਕੋਈ ਗਲਤੀ ਹੋਏ, ਭੁੱਲ ਚੁੱਕ ਦੀ ਖਿਮਾ। ਸਤਿਗੁਰ ਸੱਚਾ ਪਾਤਸ਼ਾਹ ਸਾਨੂੰ ਅੰਮ੍ਰਿਤ ਦੀ ਦਾਤ ਦੇਵੇ ਔਰ ਉਸ ਦੇ ਨਾਲ ਜੁੜਨ ਦੀ, ਅਸੀਂ ਹੁਕਮ ਨੂੰ ਮੰਨਣ ਦੀ ਗੱਲ ਕਰੀਏ, ਉਹ ਮੰਗ ਮੰਨੀਏ ਕਿ ਸਾਨੂੰ ਆਪਣਾ ਹੁਕਮ ਮੰਨਣ ਦੀ ਜਿਹੜੀ ਤੌਫੀਕ ਅਤਾ ਫਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।